प्यारे विद्यार्थियों, प्यार भरी सत श्री अकाल। I welcome all of you in Khalsa College Patiala and in BA first year, first sem class. As you know, Khalsa College Patiala ਆਪਣੇ ਆਪ ਦੇ ਵਿੱਚ ਰੀਜਨ ਦੇ ਵਿੱਚ ਇੱਕ ਨਾਮ ਹੈ। So you are lucky one. You get admission here. You also lucky one. You choose the subject sociology. In modern time, sociology is a more relevant subject. So today we are going to discuss introduction to sociology. ਪੰਜਾਬੀ ਦੇ ਵਿੱਚ ਅਸੀਂ ਸੋਸ਼ੀਓਲੋਜੀ ਨੂੰ ਸਮਾਜ ਵਿਗਿਆਨ ਕਹਿੰਦੇ ਹਾਂ। ਤਾਂ ਪੰਜਾਬੀ ਦੇ ਵਿੱਚ ਇਸ ਦਾ ਨਾਮ ਬਿਲਕੁਲ ਕਲੀਅਰ ਹੈ, ਸਮਾਜ ਵਿਗਿਆਨ, ਯਾਨੀ ਕਿ ਸਮਾਜ ਦਾ ਵਿਗਿਆਨ। ਸੋ ਸਮਾਜ ਦੇ ਨਾਲ ਜੁੜੀ ਹੋਈ ਹਰ ਗੱਲ ਦਾ ਅਧਿਐਨ ਅਸੀਂ ਸਮਾਜ ਵਿਗਿਆਨ ਦੇ ਵਿੱਚ ਕਰਦੇ ਹਾਂ। ਇੰਗਲਿਸ਼ ਦੇ ਵਿੱਚ ਅਸੀਂ ਇਸ ਨੂੰ ਕਹਿੰਦੇ ਹਾਂ ਸੋਸ਼ੀਓਲੋਜੀ। ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਟਰਮ ਆਈ ਕਿੱਥੋਂ। ਤਾਂ ਅਗਸਟ ਕਾਮਤੇ ਇੱਕ ਸਮਾਜ ਵਿਗਿਆਨ ਦਾ ਜਨਮਦਾਤਾ ਮੰਨਿਆ ਜਾਂਦਾ ਹੈ, ਫਾਊਂਡਿੰਗ ਫਾਦਰ। ਅਗਸਤ ਕਾਮਤੇ ਨੇ in 1838, near about 1838. In some books it is written 1839, or in some books it is written 1838. In 1838 he coined the term sociology. So August Comte ਸੋਸ਼ੀਓਲੋਜੀ ਤੋਂ ਪਹਿਲਾਂ ਇਸ ਨੂੰ ਕਿਸੇ ਹੋਰ ਨਾਮ ਨਾਲ ਵੀ ਜਾਣਦਾ ਰਿਹਾ ਕੁਝ ਟਾਈਮ, ਜਿਸ ਨੂੰ ਉਹ ਪਹਿਲਾਂ ਸੋਸ਼ਲ ਫਿਜ਼ਿਕਸ ਆਖਦਾ ਸੀ, ਯਾਨੀ ਕਿ ਸਮਾਜਿਕ ਭੌਤਿਕ। ਬਾਅਦ ਦੇ ਵਿੱਚ ਉਸਨੇ ਇਸ ਨੂੰ ਪ੍ਰੋਪਰ ਨਾਮ ਸੋਸ਼ੀਓਲੋਜੀ ਦਾ ਦਿੱਤਾ। ਤਾਂ ਸੋਸ਼ੀਓਲੋਜੀ ਦਾ ਐਟਮੋਲੋਜੀਕਲ ਮੀਨਿੰਗ ਕੀ ਹੈ? ਐਟਮੋਲੋਜੀਕਲ ਮੀਨਿੰਗ ਟੂ ਵਰਡ ਤੋਂ ਮਿਲ ਕੇ ਬਣਿਆ। ਫਸਟ ਵਰਡ ਹੈ ਸੋਸ਼ੀਓ, ਵਿਚ ਇਜ਼ ਏ ਲੈਟਿਨ ਵਰਡ, ਯਾਨੀ ਕਿ ਲਾਤੀਨੀ ਭਾਸ਼ਾ ਦਾ ਸ਼ਬਦ, ਜਿਸ ਦਾ ਮੀਨਿੰਗ ਹੈ ਸਮਾਜ। The second word है logos, जो कि ग्रीक लैंग्वेज का वर्ड है, यूनानी भाषा का शब्द है, जिसका मतलब है साइंस और स्टडी। तो साइंस विज्ञान या अध्ययन, तो दोनों ਨੂੰ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦਾ ਵਿਗਿਆਨ, ਸਾਇੰਸ ਆਫ ਸੋਸਾਇਟੀ, ਸਟੱਡੀ ਆਫ ਸੋਸਾਇਟੀ। ਸੋ ਇਸ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਜਾਣਨ ਦੇ ਲਈ we will discuss some important sociologist definitions about sociology. First of
I am going to discuss McIver and Page. McIver and Page ਨੇ ਕਿਹਾ ਹੈ ਕਿ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਬਾਰੇ ਹੈ। ਸੰਬੰਧਾਂ ਦੇ ਜਾਲ ਨੂੰ ਅਸੀਂ ਸਮਾਜ ਆਖਦੇ ਹਾਂ। Sociology is about social relationship and the network of social relationship we call society. The second sociologist है ਮੋਰਿਸ ਜਿਨਜ਼ਬਰਗ। ਮੋਰਿਸ ਜਿਨਜ਼ਬਰਗ ਨੇ ਕਿਹਾ ਹੈ ਸਮਾਜ ਵਿਗਿਆਨ ਮਨੁੱਖ ਦੀਆਂ ਅੰਤਰ ਕਿਰਿਆਵਾਂ ਅੰਤਰ ਸੰਬੰਧਾਂ ਉਹਨਾਂ ਦੇ ਕਾਰਨਾਂ ਅਤੇ ਪਰਿਣਾਮਾਂ ਦਾ ਅਧਿਐਨ ਹੈ। Sociology is the study of human interrelation Sociology is the study of human interaction, interrelation, their conditions and consequences. Third important sociologist है मैक्स वेबर। समाज विज्ञान ਸਮਾਜਿਕ ਕਿਰਿਆ ਦਾ ਵਿਖਿਆਤਮਿਕ ਢੰਗ ਨਾਲ ਅਧਿਐਨ ਹੈ। Sociology is a science which attempts the interpretative understanding of social action. Fourth है जी H.M. ਜੌਨਸਨ। ਉਸ ਦੇ ਅਨੁਸਾਰ ਸਮਾਜ ਵਿਗਿਆਨ ਸਮਾਜਿਕ ਸਮੂਹਾਂ ਦਾ ਅਧਿਐਨ ਹੈ। Sociology is the study of social groups. Fifth है ਅਮਾਇਲ ਦੁਰਖਾਈਮ। ਸਮਾਜ ਵਿਗਿਆਨ ਸਮਾਜਿਕ ਸੰਸਥਾਵਾਂ ਉਹਨਾਂ ਦੀ ਉਤਪਤੀ ਅਤੇ ਵਿਕਾਸ ਦਾ ਅਧਿਐਨ ਹੈ ਵਿਕਾਸ ਦਾ ਵਿਗਿਆਨ ਹੈ। Sociology is the science of social institution and their genesis and development. So ਇਹ 5 sociologist important sociologist ਹੈਗੇ। ਤਾਂ ਸਭ ਤੋਂ ਪਹਿਲਾਂ ਮਕਾਇਵਰ ਐਂਡ ਪੇਜ ਨੇ ਕਿਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ? ਸਮਾਜਿਕ ਸੰਬੰਧਾਂ ਦੇ ਉੱਤੇ, ਕਿ ਸਮਾਜਿਕ ਸੰਬੰਧਾਂ ਦੇ ਬਾਰੇ ਸਮਾਜ ਵਿਗਿਆਨ ਹੈ। Sociology is about social relationships, network of social relationship we call society। ਤਾਂ ਇਸ ਦੇ ਵਿੱਚ ਹੁਣ ਸੁਸਾਇਟੀ ਜਾਂ ਸਮਾਜਿਕ ਸੰਬੰਧ, ਕਿਉਂਕਿ ਸੁਸਾਇਟੀ ਜਿਹੜੀ ਹੈ ਉਹ ਸਾਰੇ ਸਮਾਜਿਕ ਸੰਬੰਧਾਂ ਤੋਂ ਬਣੀ ਹੋਈ। ਸਾਡੇ ਦਰਮਿਆਨ ਕੀ ਸਮਾਜਿਕ ਸੰਬੰਧ ਹੈ? ਟੀਚਰ ਤੇ ਸਟੂਡੈਂਟ। ਤਾਂ ਤੁਸੀਂ ਘਰ ਦੇ ਵਿੱਚ ਕਿੰਨੇ ਸੰਬੰਧਾਂ ਦੇ ਵਿੱਚ ਜੁੜੇ ਹੋਏ ਹੋ? ਭੈਣ ਭਰਾ, ਬੱਚਿਆਂ ਦਾ ਮਾਤਾ ਪਿਤਾ ਨਾਲ, ਮਾਤਾ ਪਿਤਾ ਦਾ ਬੱਚਿਆਂ ਨਾਲ। ਤਾਂ ਕਿੰਨੇ ਹੀ ਰਿਲੇਸ਼ਨ ਸਾਡੇ ਪਰਿਵਾਰ ਦੇ ਵਿੱਚ ਹੈਗੇ। ਹੋਰ ਜਿੱਥੇ ਵੀ ਤੁਸੀਂ ਜਾਓਗੇ ਕੋਈ ਨਾ ਕੋਈ ਸਮਾਜਿਕ ਸੰਬੰਧ ਜਿਹੜਾ ਹੈ ਉਹ ਡਿਵੈਲਪ ਕਰੋਗੇ। ਦੁਕਾਨ 'ਤੇ ਗਏ ਤਾਂ ਤੁਹਾਡਾ ਕੀ ਸੰਬੰਧ ਬਣ ਗਿਆ? ਦੁਕਾਨਦਾਰ ਤੇ ਗ੍ਰਾਹਕ, ਸ਼ਾਪਕੀਪਰ ਐਂਡ ਕਸਟਮਰ। ਸੋ ਕਿਸੇ ਵਕੀਲ ਕੋਲ ਗਏ ਤਾਂ ਲਾਇਰ ਐਂਡ ਕਲਾਇੰਟ। ਜਿੱਥੇ ਵੀ ਤੁਸੀਂ ਜਾਓਗੇ ਤਾਂ ਕੋਈ ਨਾ ਕੋਈ ਸਮਾਜਿਕ ਸੰਬੰਧ ਡਿਵੈਲਪ ਕਰੋਗੇ। ਚਾਹੇ ਤੁਸੀਂ ਪ੍ਰਿੰਸੀਪਲ ਕੋਲ ਜਾਓ, ਚਾਹੇ ਕਿਸੇ ਹੋਰ ਥਾਂ 'ਤੇ ਜਾਓ, ਜਿੱਥੇ ਵੀ ਜਾਓਗੇ ਤੁਹਾਡਾ ਇੱਕ ਸਮਾਜਿਕ ਸੰਬੰਧ ਜਿਹੜਾ ਹੈ ਉਹ ਬਣਨਾ ਲਾਜ਼ਮੀ ਹੈ। ਤਾਂ ਮਕਾਇਵਰ ਐਂਡ ਪੇਜ ਕੀ ਕਹਿੰਦਾ ਕਿ ਸੰਬੰਧਾਂ ਦਾ ਤਾਣਾ ਬਾਣਾ, ਨੈਟਵਰਕ ਆਫ ਸੋਸ਼ਲ ਰਿਲੇਸ਼ਨਸ਼ਿਪ ਵੀ ਕਾਲ ਸੁਸਾਇਟੀ, ਇਸ ਸਾਰੇ ਤਾਣੇ ਬਾਣੇ ਨੂੰ, ਇਹ ਸਾਰਾ ਨੈਟਵਰਕ ਜੋ ਹੈ ਇਸ ਨੂੰ ਅਸੀਂ ਸਮਾਜ ਕਹਿੰਦੇ ਹਾਂ। ਤਾਂ ਅਲਟੀਮੇਟਲੀ ਇਸ ਕਰਕੇ ਮਕਾਇਵਰ ਐਂਡ ਪੇਜ ਕੀ ਕਹਿੰਦਾ ਕਿ ਸਾਨੂੰ ਸਮਾਜਿਕ ਸੰਬੰਧਾਂ ਦਾ ਹੀ ਅਧਿਐਨ ਕਰਨਾ ਚਾਹੀਦਾ। ਵੀ ਸ਼ੁੱਡ
understand the social relationship, to understand society। ਤਾਂ ਸਮਾਜ ਦਾ ਅਧਿਐਨ ਹੀ ਇੱਕ ਤਰ੍ਹਾਂ ਨਾਲ ਅਸੀਂ ਸਮਾਜਿਕ ਸੰਬੰਧਾਂ ਦੇ ਜ਼ਰੀਏ ਕਰਾਂਗੇ। ਤਾਂ ਸੈਕਿੰਡ ਅਸੀਂ ਕੀਤੀ ਸੀ ਮੋਰਸ ਜਿੰਜਵਰਗ ਦੀ। ਤਾਂ ਮੋਰਸ ਜਿੰਜਵਰਗ ਕਿਸ ਗੱਲ 'ਤੇ ਜ਼ੋਰ ਦਿੰਦਾ? ਸੋਸ਼ਲ ਇੰਟਰੈਕਸ਼ਨ ਐਂਡ ਇੰਟਰਲੇਸ਼ਨਸ, ਯਾਨੀ ਕਿ ਸਮਾਜਿਕ ਅੰਤਰਕਿਰਿਆ। ਤਾਂ ਅੰਤਰਕਿਰਿਆ ਜੋ ਹੈ ਉਸ ਦੇ ਉੱਤੇ ਜੋ ਹੈ ਅਸੀਂ ਕਿਸੇ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ, ਇਹ ਹੈ ਸੋਸ਼ਲ ਇੰਟਰੈਕਸ਼ਨ। ਤਾਂ ਸੈਕਿੰਡ ਜੋ ਹੈ ਮੋਰਸ ਜਿੰਜਬਰਗ ਨੇ ਕਿਸ ਗੱਲ ਦੇ ਉੱਤੇ ਜ਼ੋਰ ਦਿੱਤਾ? ਸੋਸ਼ਲ ਇੰਟਰੈਕਸ਼ਨ ਐਂਡ ਇੰਟਰਲੇਸ਼ਨਸ। ਥਰਡ ਹੈ ਜੀ ਮੈਕਸ ਵੈਬਰ। ਮੈਕਸ ਵੈਬਰ ਨੇ ਕਿਸ ਗੱਲ ਦੇ ਉੱਤੇ ਜ਼ੋਰ ਦਿੱਤਾ ਆਪਣੀ ਡੈਫੀਨੇਸ਼ਨ ਦੇ ਵਿੱਚ? ਸੋਸ਼ਲ ਐਕਸ਼ਨ, ਸਮਾਜਿਕ ਕਿਰਿਆ। ਇੰਟਰਪ੍ਰੀਟੇਟਿਵ ਅੰਡਰਸਟੈਂਡਿੰਗ ਆਫ ਸੋਸ਼ਲ ਐਕਸ਼ਨ, ਸਮਾਜਿਕ ਕਿਰਿਆ ਦਾ ਵਿਖਿਆਤਮਿਕ ਢੰਗ ਨਾਲ ਅਧਿਐਨ, ਉਸ ਨੂੰ ਖੋਲ੍ਹ ਕੇ ਸਮਝਣਾ, ਸਮਾਜਿਕ ਕਿਰਿਆ ਦਾ ਵਿਸਥਾਰ ਪੂਰਵਕ ਅਧਿਐਨ ਕਰਨਾ, ਕੋਈ ਵੀ ਸਮਾਜਿਕ ਕਿਰਿਆ ਹੋ। ਥਰਡ ਹੈ ਜੀ H.M. ਜੌਨਸਨ। ਤਾਂ ਉਸਨੇ ਕਿਸ ਗੱਲ ਦੇ ਉੱਤੇ ਜ਼ੋਰ ਦਿੱਤਾ? ਸਮਾਜਿਕ ਸਮੂਹਾਂ ਦੇ ਉੱਤੇ, ਸੋਸ਼ਲ ਗਰੁੱਪਸ ਦੇ ਉੱਤੇ, ਕਿ ਸਮਾਜਿਕ ਸਮੂਹਾਂ ਦਾ ਅਧਿਐਨ ਹੀ ਜੋ ਹੈ ਉਹ ਸਮਾਜ ਵਿਗਿਆਨ ਦਾ ਕਰਦੀ ਹੈ। ਸਮਾਜ ਵਿਗਿਆਨ ਸਮਾਜਿਕ ਸਮੂਹਾਂ ਦਾ ਹੀ ਅਧਿਐਨ ਕਰਦੀ ਹੈ। ਤਾਂ ਫਿਫਥ ਵਨ ਅਸੀਂ ਕੀਤਾ ਸੀ ਅਮਾਇਲ ਦੁਰਖਾਈਮ। ਅਮਾਇਲ ਦੁਰਖਾਈਮ ਕਿਸ ਗੱਲ ਦੇ ਉੱਤੇ ਜ਼ੋਰ ਦਿੰਦਾ? ਕਿਸ ਗੱਲ ਦੇ ਉੱਤੇ ਐਮਫਸਾਈਜ਼ ਕਰਦਾ? ਸੋਸ਼ਲ ਇੰਸਟੀਟਿਊਸ਼ਨ ਦੇ ਉੱਤੇ। ਉਸਨੇ ਕਿਹਾ ਕਿ sociology is a science which studies the social institutions, their genesis and development। ਉਹਨਾਂ ਦੀ ਉਤਪਤੀ ਅਤੇ ਵਿਕਾਸ, ਸਮਾਜਿਕ ਸੰਸਥਾਵਾਂ ਕਿਵੇਂ ਉਤਪਤ ਹੋਈਆਂ, ਕਿਵੇਂ ਪੈਦਾ ਹੋਈਆਂ, ਉਹਨਾਂ ਦਾ ਵਿਕਾਸ ਕਿਸ ਢੰਗ ਨਾਲ ਹੋਇਆ। ਹੁਣ ਪੰਜਾਂ ਦੀ ਡੈਫੀਨੇਸ਼ਨਸ ਅਸੀਂ ਡਿਸਕਸ ਕੀਤੀਆਂ, ਤਾਂ ਤੁਹਾਨੂੰ ਲਿਟਲ ਬਿਟ ਕਨਫਿਊਜ਼ਨ ਪੈਦਾ ਹੋਈ ਹੋਏਗੀ ਕਿ ਸਮਾਜ ਵਿਗਿਆਨ ਦੇ ਸੰਬੰਧ ਦੇ ਵਿੱਚ, ਸੋਸ਼ੀਓਲੋਜੀ ਦੇ ਸੰਬੰਧ ਦੇ ਵਿੱਚ ਸਮਾਜ ਵਿਗਿਆਨੀ ਇੱਕ ਮਤ ਨਹੀਂ ਹੈਗੇ। ਦੇ ਹੈਵ ਨੋ ਕਾਮਨ ਓਪੀਨੀਅਨ। ਪਰ ਅਜਿਹਾ ਨਹੀਂ ਹੈ। ਕਿਉਂ? ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮਾਜ ਵਿਗਿਆਨੀ ਚਾਹੇ ਕਿਸੇ ਗੱਲ ਦੇ ਉੱਤੇ ਵੀ ਐਮਫਸਾਈਜ਼ ਕਰਦੇ ਹੋਣ, ਪਰ ਓਵਰਆਲ ਦੇ ਆਰ ਟਾਕਿੰਗ ਅਬਾਊਟ ਸੋਸਾਇਟੀ ਦੇ ਅਧਿਐਨ ਦੀ ਗੱਲ ਕਰਦੇ ਨੇ। ਹੁਣ ਮੈਂ ਜੇ ਤੁਹਾਨੂੰ ਸਮਝਾਵਾਂ, ਸਭ ਤੋਂ ਪਹਿਲਾਂ ਜਦੋਂ ਦੋ ਜਾਂ ਦੋ ਤੋਂ ਵੱਧ ਵਿਅਕਤੀ ਆਪਸ ਦੇ ਵਿੱਚ ਮਿਲਦੇ ਨੇ, ਟੂ ਆਰ ਮੋਰ ਇੰਡੀਵਿਜੂਅਲਸ, ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਕੀ ਹੋਏਗੀ? ਸੋਸ਼ਲ ਇੰਟਰੈਕਸ਼ਨ, ਸਮਾਜਿਕ ਅੰਤਰਕਿਰਿਆ, ਜੋ ਜਿੰਜਬਰਗ ਨੇ ਕਹੀ ਹੈ। ਜਿੱਥੇ ਕਿਤੇ ਵੀ ਦੋ ਜਾਂ ਦੋ ਤੋਂ ਵੱਧ ਵਿਅਕਤੀ ਮਿਲਣਗੇ, ਟੂ ਆਰ ਮੋਰ ਪੀਪਲਸ, ਟੂ ਆਰ ਮੋਰ ਇੰਡੀਵਿਜੂਅਲਸ ਮੀਟ, ਆਪਸ ਦੇ ਵਿੱਚ ਮਿਲਣਗੇ, ਇੱਕ ਦੂਜੇ ਨੂੰ ਮਿਲਣਗੇ, ਤਾਂ ਉੱਥੇ ਸੋਸ਼ਲ ਇੰਟਰੈਕਸ਼ਨ ਵਾਪਰੇਗੀ, ਸਮਾਜਿਕ ਅੰਤਰਕਿਰਿਆ ਵਾਪਰੇਗੀ। ਤਾਂ ਜਦੋਂ ਹੀ ਸਮਾਜਿਕ ਅੰਤਰਕਿਰਿਆ ਵਾਪਰਨ ਦੇ ਨਾਲ ਉਹ ਕਿਰਿਆ ਕੀ ਹੈ? ਸਮਾਜਿਕ ਕਿਰਿਆ, ਜੋ ਮੈਕਸ ਵੈਬਰ ਨੇ ਕਹੀ ਹੈ। ਮੈਕਸ ਵੈਬਰ ਕਿਸ ਗੱਲ ਦੇ ਉੱਤੇ ਜ਼ੋਰ ਦਿੰਦਾ? ਸੋਸ਼ਲ ਐਕਸ਼ਨ ਦੇ ਉੱਤੇ। ਤਾਂ ਸੋਸ਼ਲ ਐਕਸ਼ਨ ਯਾਨੀ ਕਿ ਸਭ ਤੋਂ ਪਹਿਲਾਂ ਸੋਸ਼ਲ ਇੰਟਰੈਕਸ਼ਨ ਵਾਪਰੀ, ਉਸ ਤੋਂ ਬਾਅਦ ਸੋਸ਼ਲ ਐਕਸ਼ਨ ਹੋਈ। ਸੋਸ਼ਲ ਐਕਸ਼ਨ ਹੋਣ ਤੋਂ ਬਾਅਦ ਕੀ ਚੀਜ਼ ਡਿਵੈਲਪ ਹੋਏਗੀ? ਤੁਹਾਡੇ ਸੰਬੰਧ, ਸੋਸ਼ਲ ਰਿਲੇਸ਼ਨਸ਼ਿਪਸ। ਤੁਸੀਂ ਦੇਖੋਗੇ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਅਣਜਾਣ ਵਿਅਕਤੀ
ਪਹਿਲਾਂ ਇੰਟਰੈਕਟ ਕਰਦੇ ਨੇ, ਇੱਕ ਦੂਜੇ ਦੇ ਨੇੜੇ ਆਉਂਦੇ ਨੇ, ਇੱਕ ਦੂਜੇ ਨੂੰ ਕੰਟੈਕਟ ਕਰਦੇ ਨੇ, ਉਹਨਾਂ ਦੇ ਵਿੱਚ ਅੰਤਰਕਿਰਿਆ ਵਾਪਰਦੀ ਹੈ, ਦੈਨ ਸੋਸ਼ਲ ਐਕਸ਼ਨ ਵਾਪਰਦਾ ਹੈ, ਤਾਂ ਹੌਲੀ ਹੌਲੀ ਉਹਨਾਂ ਦੇ ਵਿੱਚ ਕੀ ਡਿਵੈਲਪ ਹੋ ਜਾਣੇ ਹੈ, ਸਮਾਜਿਕ ਸੰਬੰਧ। ਤਾਂ ਤੁਸੀਂ ਆਪਣੇ 'ਤੇ ਨਜ਼ਰ ਮਾਰੋਗੇ, ਕਦੇ ਵੀ ਤੁਹਾਡੇ ਯਾਰ ਦੋਸਤ ਇਸੇ ਢੰਗ ਨਾਲ ਤੁਹਾਨੂੰ ਮਿਲੇ ਹੋਣਗੇ, ਬੱਸਾਂ ਦੇ ਵਿੱਚ ਅਚਾਨਕ ਮੁਲਾਕਾਤਾਂ ਇਸੇ ਢੰਗ ਦੀਆਂ ਹੁੰਦੀਆਂ, ਜਾਂ ਕੋਈ ਵੀ ਚੀਜ਼ ਅਸੀਂ ਕਿਤੇ ਵੀ ਕੰਟੈਕਟ ਕਰੀਏ ਪਹਿਲਾਂ ਤਾਂ ਅੰਤਰਕਿਰਿਆ, ਦੈਨ ਸੋਸ਼ਲ ਐਕਸ਼ਨ, ਦੈਨ ਸਮਾਜਿਕ ਸੰਬੰਧ। ਯਾਨੀ ਕਿ ਸਮਾਜਿਕ ਸੰਬੰਧ ਤੋਂ ਕੀ ਮਤਲਬ, ਜੋ ਮਕੈਵਰਨ ਪੇਜ ਕਹਿ ਰਹੇ ਕਿ ਸਮਾਜਿਕ ਸੰਬੰਧਾਂ ਦਾ ਤਾਣਾ ਬਾਣਾ ਹੈ, ਨੈਟਵਰਕ ਆਫ ਸੋਸ਼ਲ ਰਿਲੇਸ਼ਨਸ਼ਿਪ। ਤਾਂ ਤੁਸੀਂ ਜਿੱਥੇ ਵੀ ਇੰਟਰੈਕਟ ਕਰੋਗੇ ਤਾਂ ਸੋਸ਼ਲ ਐਕਸ਼ਨ ਆਏਗਾ, ਸੋਸ਼ਲ ਐਕਸ਼ਨ ਆਉਣ ਤੋਂ ਬਾਅਦ ਸੋਸ਼ਲ ਰਿਲੇਸ਼ਨਸ਼ਿਪ ਡਿਵੈਲਪ ਹੋਣਗੇ। ਦੈਨ ਤਾਂ ਜਦੋਂ ਇਹ ਇੰਟਰੈਕਸ਼ਨ, ਇਹ ਸਮਾਜਿਕ ਸੰਬੰਧ ਸਾਡੇ ਡਿਵੈਲਪ ਹੋ ਜਾਂਦੇ ਨੇ ਤਾਂ ਕੀ ਬਣਦੇ ਨੇ, ਸੋਸ਼ਲ ਗਰੁੱਪਸ। ਦੈਨ ਵੀ ਡਿਵੈਲਪ ਸੋਸ਼ਲ ਗਰੁੱਪਸ। ਕਿਉਂਕਿ ਤੁਸੀਂ ਪਹਿਲੇ ਦਿਨ ਆਏ, ਪਹਿਲੇ ਦਿਨ ਕਾਲਜ ਦੇ ਵਿੱਚ, ਤਾਂ ਤੁਸੀਂ ਕਈਆਂ ਦੇ ਨਾਲ ਇੰਟਰੈਕਸ਼ਨ ਕੀਤੀ, ਤੁਹਾਡੇ ਸੰਬੰਧ ਬਣੇ, ਦੈਨ ਤੁਸੀਂ ਕਲਾਸ ਦੇ ਵਿੱਚ ਆ ਗਏ, ਤਾਂ ਕਲਾਸ ਆਪਣੇ ਆਪ ਦੇ ਵਿੱਚ ਕੀ ਹੈ, ਸੋਸ਼ਲ ਗਰੁੱਪ। ਪਰਿਵਾਰ ਸੋਸ਼ਲ ਗਰੁੱਪ। ਹਰ ਚੀਜ਼ 'ਚ ਜਿੱਥੇ ਇੰਟਰੈਕਸ਼ਨ ਹੈ, ਸੰਬੰਧ ਹੈ, ਤਾਂ ਉਹ ਚੀਜ਼ ਜਿਹੜੇ ਨੇ ਇੱਕ ਕਿਸੇ ਕਾਮਨ ਪਰਪਸ ਦੇ ਲਈ ਡਿਵੈਲਪ ਹੁੰਦੇ ਨੇ, ਤਾਂ ਉਹ ਆਪਣੇ ਆਪ ਦੇ ਵਿੱਚ ਸੋਸ਼ਲ ਗਰੁੱਪਸ ਬਣ ਜਾਂਦੇ ਨੇ, ਜੋ ਕਿ ਹੈਰੀਅਮ ਜੌਨਸਨ ਨੇ ਗੱਲ ਕਹੀ ਹੈ। ਹੈਰੀਅਮ ਜੌਨਸਨ ਦਾ ਮਤਲਬ ਇਹੀ ਹੈ ਕਿ ਅਸੀਂ ਜੋ ਸਟੱਡੀ ਕਰਨੀ ਹੈ ਸਮਾਜਿਕ ਸਮੂਹਾਂ ਦੀ ਕਰਨੀ ਹੈ, ਤਾਂ ਉਸ ਦੇ ਵਿੱਚ ਆਟੋਮੈਟਿਕਲੀ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਅੰਤਰਕਿਰਿਆ, ਸੋਸ਼ਲ ਇੰਟਰੈਕਸ਼ਨ, ਸੋਸ਼ਲ ਐਕਸ਼ਨ, ਸੋਸ਼ਲ ਰਿਲੇਸ਼ਨਸ਼ਿਪਸ ਆਟੋਮੈਟਿਕਲੀ ਆ ਜਾਣੀਆਂ ਨੇ ਜਦੋਂ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਾਂਗੇ। ਦੈਨ ਜਦੋਂ ਕੋਈ ਚੀਜ਼ ਬਹੁਤ ਲੰਮਾ ਚੱਲਦੀ ਰਹਿੰਦੀ ਹੈ, ਲੌਂਗ ਟਾਈਮ, ਵੀ ਮੀਟ ਈਚ ਅਦਰ ਰੈਗੂਲਰਲੀ, ਤਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਕੁਝ ਰੂਲਸ ਡਿਵੈਲਪ ਹੋ ਜਾਂਦੇ ਨੇ, ਕੁਝ ਨਿਯਮ, ਰੂਲਸ ਐਂਡ ਰੈਗੂਲੇਸ਼ਨ ਜਿਹੜੇ ਨੇ ਉਹ ਬਣਨੇ ਸਟਾਰਟ ਹੋ ਜਾਂਦੇ। ਜਦੋਂ ਲਗਾਤਾਰ ਸਮੂਹਾਂ ਦੇ ਵਿੱਚ ਸਾਡੀ ਆਪਸ ਦੇ ਵਿੱਚ ਮਿਲਣਾ ਜੁਲਣਾ ਹੋਏਗਾ, ਤਾਂ ਉਸ ਦੇ ਵਿੱਚ ਲਗਾਤਾਰ ਮਿਲਣ ਜੁਲਣ ਦੇ ਨਾਲ ਕੀ ਹੈ, ਰੂਲਸ ਐਂਡ ਰੈਗੂਲੇਸ਼ਨ ਜੇ ਡਿਵੈਲਪ ਹੋ ਜਾਂਦੇ ਨੇ। ਤਾਂ ਜਦੋਂ ਰੂਲਸ ਐਂਡ ਰੈਗੂਲੇਸ਼ਨ ਜੇ ਡਿਵੈਲਪ ਹੋ ਜਾਂਦੇ ਨੇ ਤਾਂ ਫਿਰ ਉਹ ਕੀ ਚੀਜ਼ ਬਣ ਜਾਂਦੀਆਂ ਨੇ, ਕੁਝ ਚੀਜ਼ਾਂ ਕਨਵਰਟ ਹੋ ਜਾਂਦੀਆਂ ਨੇ ਸੋਸ਼ਲ ਇੰਸਟੀਟਿਊਸ਼ਨ ਦੇ ਵਿੱਚ। ਤਾਂ ਸੋਸ਼ਲ ਇਮਾਇਲ ਦੁਰਖਾਈਮ ਜੋ ਕਹਿ ਰਿਹਾ ਕਿ ਸੋਸ਼ਲ ਇੰਸਟੀਟਿਊਸ਼ਨਸ ਦਾ ਅਧਿਐਨ ਕਰਨਾ ਚਾਹੀਦਾ ਹੈ, ਤਾਂ ਸੋਸ਼ਲ ਇੰਸਟੀਟਿਊਸ਼ਨ ਆਟੋਮੈਟਿਕਲੀ ਜੋ ਵੀ ਹੈਗੇ ਉਹ ਇੱਕ ਰੂਲਸ ਐਂਡ ਰੈਗੂਲੇਸ਼ਨ ਦਾ ਸਿਸਟਮ ਹੈ ਸਾਰਾ। ਤਾਂ ਹੁਣ ਸੋਸ਼ਲ ਇੰਸਟੀਟਿਊਸ਼ਨਸ ਮੁੱਖ ਤੌਰ 'ਤੇ ਜੇ ਮੈਂ ਗਿਣਾ ਤਾਂ ਤੁਹਾਡੇ ਸਾਹਮਣੇ ਪਰਿਵਾਰ ਸੋਸ਼ਲ ਇੰਸਟੀਟਿਊਸ਼ਨ, ਮੈਰਿਜ ਸੋਸ਼ਲ ਇੰਸਟੀਟਿਊਸ਼ਨ, ਕਾਸਟ ਸੋਸ਼ਲ ਇੰਸਟੀਟਿਊਸ਼ਨ, ਤੁਹਾਡੀ ਐਜੂਕੇਸ਼ਨਲ ਇੰਸਟੀਟਿਊਸ਼ਨ, ਪੋਲੀਟੀਕਲ ਇੰਸਟੀਟਿਊਸ਼ਨਸ, ਇਕਨੋਮਿਕ ਇੰਸਟੀਟਿਊਸ਼ਨਸ, ਤਾਂ ਤਰ੍ਹਾਂ ਤਰ੍ਹਾਂ ਦੀਆਂ ਇੰਸਟੀਟਿਊਸ਼ਨਸ। ਤਾਂ ਪੂਰੀ ਸੁਸਾਇਟੀ ਦੇ ਵਿੱਚ ਇੰਸਟੀਟਿਊਸ਼ਨਸ ਡਿਵੈਲਪ ਹੋਈਆਂ ਨੇ, ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ। ਤਾਂ ਮੇਰਾ ਪੁਆਇੰਟ ਇਹੀ ਹੈ ਕਿ ਅਲਟੀਮੇਟਲੀ ਬਹੁਤ ਸਾਰੀਆਂ ਚੀਜ਼ਾਂ ਜਦੋਂ ਲੰਮਾ ਸਮਾਂ ਚੱਲਦੀਆਂ ਨੇ ਤਾਂ ਉਹ ਰੂਲਸ ਐਂਡ ਰੈਗੂਲੇਸ਼ਨਸ ਬਣ ਕੇ ਉਹ ਸੋਸ਼ਲ ਇੰਸਟੀਟਿਊਸ਼ਨ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ। ਤਾਂ ਪੁਆਇੰਟ ਮੇਰਾ ਤੁਹਾਨੂੰ ਇੱਥੇ ਇਹ ਦੱਸਣਾ ਸੀਗਾ ਕਿ ਬੇਸ਼ੱਕ ਡਿਫਰੈਂਟ ਸੋਸ਼ੋਲੋਜਿਸਟ ਦਾ ਐਮਫੈਸਿਸ ਜਿਹੜਾ ਹੈ ਉਹ ਵੱਖਰਾ ਹੋ ਸਕਦਾ ਹੈ, ਪਰ ਅਲਟੀਮੇਟਲੀ ਗੱਲ ਸੁਸਾਇਟੀ ਦੀ ਹੈ। ਅਲਟੀਮੇਟਲੀ ਗੱਲ ਅਸੀਂ ਸੁਸਾਇਟੀ ਦੇ ਵਿੱਚ ਵਾਪਰਨ ਵਾਲੀਆਂ ਹਰ ਗੱਲਾਂ ਦਾ ਅਧਿਐਨ ਕਰਨਾ। What is happening in society? We will study that. ਸੋ ਹਰ ਚੀਜ਼ ਜੋ ਸੁਸਾਇਟੀ ਦੇ ਵਿੱਚ ਹੈ ਤਾਂ ਉਸ ਦਾ ਅਸੀਂ ਅਧਿਐਨ ਕਰਾਂਗੇ। ਤਾਂ ਅਖੀਰ ਦੇ ਵਿੱਚ ਜੇ ਅਸੀਂ ਇਸ ਨੂੰ ਦੇਖੀਏ ਤਾਂ ਸਮਾਜ ਵਿਗਿਆਨ ਜਿਵੇਂ ਮਕਾਇਵਰ ਐਂਡ ਪੇਜ ਸਭ ਤੋਂ ਪਹਿਲਾਂ ਕਿਸ ਗੱਲ ਦੇ ਉੱਤੇ, ਸਮਾਜਿਕ ਸੰਬੰਧ, ਤਾਂ ਦੂਜਾ ਮੋਰਸ ਜਿੰਜਵਰ ਕਿਸ ਗੱਲ ਦੇ ਉੱਤੇ ਜ਼ੋਰ, ਸਮਾਜਿਕ ਅੰਤਰਕਿਰਿਆ ਅੰਤਰ ਸੰਬੰਧ, ਥਰਡ ਮੈਕਸ ਵੈਬਰ
ਸਮਾਜਿਕ ਕਿਰਿਆ ਦੇ ਉੱਤੇ, ਅਤੇ ਫੋਰਥ ਹੈਰੀਅਮ ਜੌਨਸਨ ਸਮਾਜਿਕ ਸਮੂਹਾਂ ਦੇ ਉੱਤੇ, ਅਤੇ ਇਮਾਇਲ ਦੁਰਖਾਈਮ ਸਮਾਜਿਕ ਸੰਸਥਾਵਾਂ ਦੇ ਉੱਤੇ ਜ਼ੋਰ ਦਿੰਦੇ ਨੇ। ਤਾਂ ਇਸ ਦਾ ਮਤਲਬ ਸੁਸਾਇਟੀ ਦੇ ਵਿੱਚ ਹੀ ਇਹ ਚੀਜ਼ਾਂ ਵਾਪਰਨੀਆਂ ਨਹੀਂ, ਤਾਂ ਸੁਸਾਇਟੀ ਦੇ ਵਿੱਚ ਹੀ ਸਾਡੇ ਸਮਾਜਿਕ ਅੰਤਰ ਕਿਰਿਆ ਵਾਪਰੇਗੀ, ਤਾਂ ਸਮਾਜ ਦੇ ਵਿੱਚ ਹੀ ਸਾਡੀ ਸੋਸ਼ਲ ਐਕਸ਼ਨ ਵਾਪਰਨਗੇ, ਸਮਾਜ ਦੇ ਵਿੱਚ ਹੀ ਸਾਡੇ ਸੋਸ਼ਲ ਰਿਲੇਸ਼ਨਸ਼ਿਪਸ ਬਣਨਗੇ, ਸਮਾਜ ਦੇ ਵਿੱਚ ਹੀ ਅਸੀਂ ਸੋਸ਼ਲ ਗਰੁੱਪਸ ਦੇ ਵਿੱਚ ਰਹਾਂਗੇ। ਅਲਟੀਮੇਟਲੀ ਅਸੀਂ ਸਮਾਜਿਕ ਸੋਸ਼ਲ ਇੰਸਟੀਟਿਊਸ਼ਨ ਦੇ ਵਿੱਚ ਡੀਲ ਕਰਾਂਗੇ, ਸੋਸ਼ਲ ਇੰਸਟੀਟਿਊਸ਼ਨ ਦੇ ਵਿੱਚ ਜਾਵਾਂਗੇ। ਤਾਂ ਪੁਆਇੰਟ ਜੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੋ ਮੇਲ ਕਨਫਿਊਜ਼ ਲਿਟਲ ਬਿਟ, ਤਾਂ ਕਨਫਿਊਜ਼ ਇੱਥੇ ਬਿਲਕੁਲ ਨਹੀਂ ਹੋਣਾ ਕਿ ਸਮਾਜ ਵਿਗਿਆਨੀ ਕੀ ਕਹਿ ਰਿਹਾ, ਸੋਸ਼ੋਲੋਜਿਸਟ ਕੀ ਕਹਿ ਰਿਹਾ, ਉਸਦਾ ਐਮਫੈਸਿਸ ਕਿਸ ਗੱਲ 'ਤੇ ਹੈ, ਪਰ ਅਲਟੀਮੇਟਲੀ ਉਹ ਚੀਜ਼ ਇੱਕ ਦੂਜੇ ਨਾਲ ਕਨੈਕਟਡ ਹੈ। ਚਾਹੇ ਉਹ ਸਾਡੀ ਸੋਸ਼ਲ ਇੰਟਰੈਕਸ਼ਨ ਹੋਵੇ, ਚਾਹੇ ਉਹ ਸੋਸ਼ਲ ਰਿਲੇਸ਼ਨਸ਼ਿਪ ਹੋਣ, ਚਾਹੇ ਸੋਸ਼ਲ ਐਕਸ਼ਨ ਹੋਵੇ, ਚਾਹੇ ਸਮਾਜਿਕ ਸੋਸ਼ਲ ਗਰੁੱਪਸ ਹੋਣ, ਚਾਹੇ ਸੋਸ਼ਲ ਇੰਸਟੀਟਿਊਸ਼ਨਸ ਹੋਣ, ਤਾਂ ਹਰ ਚੀਜ਼ ਜੋ ਹੈ ਇੱਕ ਦੂਜੇ ਨਾਲ ਕਨੈਕਟਡ ਹੈ। ਤਾਂ ਸੁਸਾਇਟੀ ਦੇ ਵਿੱਚ ਜੋ ਵੀ ਚੀਜ਼ ਵਾਪਰੇਗੀ ਉਸ ਦਾ ਅਸੀਂ ਅਧਿਐਨ ਕਰਾਂਗੇ। ਤਾਂ ਸੋਸ਼ੋਲੋਜੀ ਕੀ ਹੈ? ਸਾਇੰਟੀਫਿਕ ਸਟੱਡੀ ਆਫ ਸੁਸਾਇਟੀ, ਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਅਧਿਐਨ। ਤਾਂ ਵਿਗਿਆਨਕ ਤਰੀਕੇ ਨਾਲ ਕੀਤੇ ਗਏ ਅਧਿਐਨ ਨੂੰ ਹੀ ਅਸੀਂ ਸਮਾਜ ਵਿਗਿਆਨ ਕਹਿੰਦੇ ਹਾਂ, ਕਿਉਂਕਿ ਅਸੀਂ ਜੋ ਅਧਿਐਨ ਕਰਨਾ ਹੈ ਉਹ ਸਾਇੰਟੀਫਿਕ ਮੈਥਡ ਦੇ ਜ਼ਰੀਏ ਕਰਨਾ ਹੈ। ਸਾਇੰਟੀਫਿਕ ਮੈਥਡ ਦੀ ਵਰਤੋਂ ਕਰਕੇ ਅਸੀਂ ਚੀਜ਼ਾਂ ਦਾ ਅਧਿਐਨ ਕਰਦੇ ਹਾਂ ਸੁਸਾਇਟੀ ਦੇ ਵਿੱਚ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਇੰਟੀਫਿਕ ਸਟੱਡੀ ਆਫ ਸੁਸਾਇਟੀ, ਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਅਧਿਐਨ। ਤਾਂ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਕ ਤਰੀਕੇ ਨਾਲ ਅਧਿਐਨ ਕਰਦੀ ਹੈ। ਸੋਸ਼ੋਲੋਜੀ ਸਟੱਡੀਜ਼ scientific way of society. Sociology is the study of society in scientific way. So in conclusion we can say, what is sociology? Sociology is the study of social relationship. Sociology is study of social interaction. Sociology is study of social groups. Sociology is study of social action. Sociology is study of social institution. So all of these. So समाज विज्ञान किस चीज़ का अध्ययन करता है? समाज विज्ञान समाजिक संबंधां का अध्ययन करता है। समाज विज्ञान समाजिक अंतरक्रिया का अध्ययन करता है। समाज विज्ञान समाजिक क्रिया का अध्ययन करता है। समाज विज्ञान समाजिक समूहों का अध्ययन करता है। समाज विज्ञान समाजिक संस्थावां का अध्ययन करता है। तो इसलिए साइंटिफिक स्टडी ऑफ सोसाइटी, सोशियोलॉजी इज साइंटिफिक स्टडी ऑफ सोसाइटी। समाज विज्ञान समाज का विज्ञानिक तरीके नाल अध्ययन है। थैंक यू।